ਹਾਂਜੀ, ਆਪਾਂ ਜਿਹੜੇ ਮੇਨ ਐਲੀਮੈਂਟਸ ਨੇ ਬਿਜ਼ਨਸ ਇਨਵਾਇਰਮੈਂਟ ਦੇ ਅਤੇ ਉਹ ਪੜ੍ਹ ਰਹੇ ਸੀ। ਉਹਨਾਂ ਦੇ ਵਿੱਚ ਜਿਹੜਾ ਪੁਆਇੰਟ ਹੈ ਆਪਣਾ 4th ਵਾਲਾ ਲੀਗਲ ਇਨਵਾਇਰਮੈਂਟ, ਉਹਦੇ ਐਲੀਮੈਂਟਸ ਦੇਖੋ। ਇਹਦਾ ਫਸਟ ਪੁਆਇੰਟ ਤੋਂ ਦੇਖ ਲਓ, ਕੌਨਸਟੀਟਿਊਸ਼ਨਲ ਲਾਅ ਮਤਲਬ ਜਿਹੜੇ ਆਪਣੇ ਸੰਵਿਧਾਨ ਨਾਲ ਸੰਬੰਧਿਤ ਲਾਜ਼ ਹੁੰਦੇ ਆ। ਸੈਕਿੰਡ ਪੁਆਇੰਟ ਹੈ ਜਿਹੜੇ ਗਵਰਨਮੈਂਟ ਦੁਆਰਾ ਲਾਜ਼ ਪਾਸ ਕੀਤੇ ਗਏ ਆ। ਥਰਡ ਹੈ ਲਾਜ਼ ਮੇਡ ਸਪੈਸੀਫਿਕਲੀ ਟੂ ਰੈਗੂਲੇਟ ਬਿਜ਼ਨਸ ਐਕਟੀਵਿਟੀਜ਼, ਮਤਲਬ ਬਿਜ਼ਨਸ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਅਲੱਗ ਤੋਂ ਕਾਨੂੰਨ ਬਣਾਏ ਜਾਂਦੇ ਆ ਸਿਰਫ ਅਤੇ ਸਿਰਫ ਬਿਜ਼ਨਸ ਲਈ, ਉਹ ਵਾਲੇ ਪੁਆਇੰਟਸ। ਰੂਲਸ ਐਂਡ ਰੈਗੂਲੇਸ਼ਨ ਮੇਡ ਬਾਏ ਗਵਰਨਮੈਂਟ ਆਫਿਸਰਸ ਐਂਡ ਐਡਮਿਨਿਸਟ੍ਰੇਟਰਸ, ਮਤਲਬ ਜਿਹੜੇ ਸਰਕਾਰ ਦੇ ਆਫਿਸਰਸ ਨੇ, ਸਰਕਾਰੀ ਆਫਿਸਰ ਨੇ, ਉਹਨਾਂ ਦੁਆਰਾ ਜਾਂ ਐਡਮਿਨਿਸਟ੍ਰੇਟਰ ਦੁਆਰਾ ਕਿਹੜੇ ਰੂਲ ਰੈਗੂਲੇਸ਼ਨ ਬਣਾਏ ਜਾਂਦੇ ਆ। ਨੈਕਸਟ ਹੈ ਇਹਦੇ ਵਿੱਚ ਡਿਸੀਜ਼ਨ ਮੇਡ ਬਾਈ ਜੁਡੀਸ਼ਰੀ ਵਾਈਲ ਇੰਟਰਪ੍ਰੇਟਿੰਗ ਕੌਨਸਟੀਟਿਊਸ਼ਨ, ਮਤਲਬ ਸੰਵਿਧਾਨ ਦੇ ਅਕੋਰਡਿੰਗ ਕੋਈ ਵੀ ਫੈਸਲੇ ਜਦੋਂ ਡਿਸੀਜ਼ਨ ਲਏ ਜਾਂਦੇ ਆ ਕਿਸੇ ਵੀ ਅਦਾਲਤ ਦੁਆਰਾ, ਮਤਲਬ ਬਿਜ਼ਨਸ ਨਾਲ ਰਿਲੇਟਡ ਹੀ ਹੋਣਗੇ ਉਹ ਵੀ। ਨੈਕਸਟ ਹੈ ਡਿਸੀਜ਼ਨਸ ਮੇਡ ਬਾਈ ਜੁਡੀਸ਼ਰੀ ਵਾਈਲ ਐਡਜੂਡੀਕੇਟਿੰਗ ਵੇਰੀਅਸ ਡਿਸਪਿਊਟਸ। ਹਾਂਜੀ, ਇਹਦੇ 'ਚ ਇਹ ਦੱਸਿਆ ਗਿਆ ਕਿ ਜਦੋਂ ਵੀ ਡਿਸਪਿਊਟ ਹੁੰਦੇ, ਲੜਾਈ ਝਗੜੇ, ਮਤਲਬ ਜਦੋਂ ਕੋਈ ਜੁਡੀਸ਼ਰੀ ਦੁਆਰਾ ਕੋਈ ਵੀ ਫੈਸਲਾ ਲਿਆ ਜਾਂਦਾ ਵਾ ਡਿਸਪਿਊਟਸ ਨਾਲ ਰਿਲੇਟਡ, ਤਾਂ ਉਹ ਵੀ ਪ੍ਰਭਾਵਿਤ ਕਰਦੇ ਆ। ਜਿਵੇਂ ਮੰਨ ਲਓ ਕਿਸੇ ਇੱਕ ਔਰਗਨਾਈਜੇਸ਼ਨ ਨੇ ਕੋਈ ਇੱਦਾਂ ਦਾ ਮਤਲਬ ਉਹਦੇ ਵਿਰੁੱਧ ਕੋਈ ਕੇਸ ਕਰਤਾ ਕਿਸੇ ਕਸਟਮਰ ਨੇ, ਠੀਕ ਆ, ਤਾਂ ਜਿਵੇਂ ਸਪੋਜ਼ ਕਰ ਲਓ ਉਹਦੇ ਪ੍ਰੋਡਕਟ ਦੇ ਵਿੱਚ ਕੋਈ ਡਿਫੈਕਟ ਨਿਕਲਿਆ ਸੀਗਾ, ਤਾਂ ਸੇਮ ਉਸੇ ਚੀਜ਼ ਨੂੰ ਫਿਰ ਤੋਂ ਹੋਣ ਤੋਂ ਰੋਕਣ ਦੇ ਲਈ ਸਰਕਾਰ ਦੁਆਰਾ ਜਾਂ ਆਪਾਂ ਕਹਿੰਦੇ ਜੁਡੀਸ਼ਰੀ ਦੁਆਰਾ ਰੂਲ ਬਣਾ ਦਿੱਤੇ ਜਾਂਦੇ ਆ ਵੀ ਜੇ ਅੱਗੇ ਵਾਸਤੇ ਕੋਈ ਇੱਦਾਂ ਦਾ ਕੋਈ ਬਿਜ਼ਨਸ ਔਰਗਨਾਈਜੇਸ਼ਨ ਇੱਦਾਂ ਦਾ ਕੰਮ ਕਰਦੀ ਆ ਤਾਂ ਉਹਨਾਂ ਦੇ ਉੱਪਰ ਸੇਮ ਆਹੀ ਜਿਹੜੀ ਆਪਾਂ ਕਹਿ ਸਕਦੇ ਹਾਂ ਪਨਿਸ਼ਮੈਂਟ ਲਾਗੂ ਹੋਊਗੀ, ਠੀਕ ਆ। ਸੋ ਨੈਕਸਟ ਹੈਗਾ ਡਿਸੀਜ਼ਨਸ ਮੇਡ ਬਾਏ ਜੁਡੀਸ਼ੀਅਲ ਕਮਿਸ਼ਨਸ ਅਬਾਊਟ ਬਿਜ਼ਨਸ ਡਿਸਪਿਊਟਸ। ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਕਮਿਸ਼ਨਸ ਬਿਠਾਏ ਜਾਂਦੇ ਆ ਜਿਹੜੇ ਅਲੱਗ ਤੋਂ ਬਿਜ਼ਨਸ ਦੇ ਨਾਲ ਸੰਬੰਧਿਤ ਡਿਸਪਿਊਟਸ ਨੇ, ਜਿਹੜੇ ਲੜਾਈ ਝਗੜੇ ਉਹਨਾਂ ਨਾਲ ਸੰਬੰਧਿਤ ਆਪਦੇ ਫੈਸਲੇ ਦਿੰਦੇ ਆ, ਇਹ ਵੀ ਪ੍ਰਭਾਵਿਤ ਕਰਦੇ ਆ। ਦ ਪ੍ਰੈਸ਼ਰ ਕ੍ਰੀਏਟਡ ਬਾਏ ਨਾਨ ਗਵਰਨਮੈਂਟਲ ਔਰਗਨਾਈਜੇਸ਼ਨ ਔਨ ਦ ਬਿਜ਼ਨਸ ਔਰਗਨਾਈਜੇਸ਼ਨਸ ਟੂ ਫੋਲੋ ਦ ਲਾਜ਼ ਆਫ ਦ ਲੈਂਡ। ਇਸ ਤੋਂ ਇਲਾਵਾ ਜਿਹੜੀਆਂ ਨਾਨ ਗਵਰਨਮੈਂਟ ਔਰਗਨਾਈਜੇਸ਼ਨਸ ਹੁੰਦੀਆਂ ਨੇ ਤਾਂ ਇਹ ਵੀ ਆਪਦੇ ਵੱਲੋਂ ਪੂਰਾ ਪ੍ਰੈਸ਼ਰ ਪਾਉਂਦੀਆਂ ਨੇ ਕਿ ਜਿਹੜਾ ਬਿਜ਼ਨਸ ਔਰਗਨਾਈਜੇਸ਼ਨ ਆ ਇਹ ਉਸ ਜਗ੍ਹਾ ਦੇ ਜਿਹੜੇ ਲਾਜ਼ ਨੇ ਉਹਨਾਂ ਨੂੰ ਫੋਲੋ ਕਰੇ। ਨੈਕਸਟ ਜਿਹੜੇ ਆਪਾਂ ਪੁਆਇੰਟ ਪੜ੍ਹਨੇ ਆ ਉਹ ਹੈ ਟੈਕਨੋਲੋਜੀਕਲ ਇਨਵਾਇਰਮੈਂਟ। ਇਹਦੇ ਵਿੱਚ ਕੀ ਆ ਜਾਂਦਾ, ਟੈਕਨੋਲੋਜੀਕਲ ਇਨਵਾਇਰਮੈਂਟ ਦਾ ਮਤਲਬ ਹੈ ਇਟ ਰੈਫਰਸ ਟੂ ਆਲ ਦੋਜ਼ ਟੈਕਨੋਲੋਜੀਕਲ ਮੋਡੀਫਿਕੇਸ਼ਨਸ ਹੁੰਦੀਆਂ ਨੇ, ਚੇਂਜਿਸ, ਟੈਕਨੋਲੋਜੀਕਲ ਇੰਪਰੂਵਮੈਂਟਸ ਐਂਡ ਇਨੋਵੇਸ਼ਨਸ ਵਿਚ ਅਫੈਕਟ ਅ ਬਿਜ਼ਨਸ ਐਂਟਰਪ੍ਰਾਈਜ਼ ਔਰ ਔਰਗਨਾਈਜੇਸ਼ਨ, ਜਿਹੜੀਆਂ ਇੱਕ ਬਿਜ਼ਨਸ ਔਰਗਨਾਈਜੇਸ਼ਨ ਨੂੰ ਪ੍ਰਭਾਵਿਤ ਕਰਦੀਆਂ ਨੇ, ਮਤਲਬ ਮੋਡੀਫਿਕੇਸ਼ਨ, ਇੰਪਰੂਵਮੈਂਟਸ ਜਾਂ ਇਨੋਵੇਸ਼ਨਸ, ਠੀਕ ਆ। ਸੋ ਟੈਕਨੋਲੋਜੀਕਲ ਇਨਵਾਇਰਮੈਂਟ ਇਜ਼ ਦਾ ਟੈਕਨੋਲੋਜੀਕਲ ਐਸਪੈਕਟ ਔਰ ਟੈਕਨੋਲੋਜੀਕਲ ਪਾਰਟ ਆਫ ਬਿਜ਼ਨਸ ਇਨਵਾਇਰਮੈਂਟ। ਟੈਕਨੋਲੋਜੀਕਲ ਇਨਵਾਇਰਮੈਂਟ ਇਨਕਲੂਡ ਫੈਕਟਰਸ। ਹੁਣ ਇਹਦੇ ਵਿੱਚ ਕਿਹੜੇ ਕਿਹੜੇ ਫੈਕਟਰਸ ਨੇ ਜਿਹੜੇ ਆਉਂਦੇ ਆ, ਲਾਈਕ ਮੋਡੀਫਿਕੇਸ਼ਨ ਐਂਡ ਇੰਪਰੂਵਮੈਂਟਸ ਇਨ ਦਾ ਟੈਕਨੋਲੋਜੀ, ਮਤਲਬ ਪਹਿਲਾਂ ਨਾਲੋਂ ਚੇਂਜਿਸ ਕਰਕੇ ਜਾਂ ਇੰਪਰੂਵਮੈਂਟ ਕੀਤੀਆਂ ਜਾ ਸਕਣ ਜਾਂ ਹੋ ਗਈਆਂ ਨੇ ਟੈਕਨੋਲੋਜੀ ਦੇ ਵਿੱਚ, ਉਹ ਵੀ ਸਾਡੇ ਬਿਜ਼ਨਸ ਨੂੰ ਅਫੈਕਟ ਕਰਦੀਆਂ। ਡਿਵੈਲਪਮੈਂਟ ਆਫ ਨਿਊ ਟੈਕਨੋਲੋਜੀ, ਕਿਸੇ ਕੰਮ ਨੂੰ ਕਰਨ ਦੇ ਲਈ ਨਵੀਂ ਟੈਕਨੀਕ ਆ ਗਈ ਆ, ਨਵੀਂ ਇਨੋਵੇਸ਼ਨ ਹੋ ਗਈ ਆ। ਨੈਕਸਟ ਹੈਗਾ ਡਿਵੈਲਪਮੈਂਟ ਆਫ ਸਾਇੰਟੀਫਿਕ ਮੈਥਡਸ, ਮਤਲਬ ਕੁਛ ਇੱਦਾਂ ਦੇ ਸਾਇੰਟੀਫਿਕ ਮੈਥਡ ਬਣ ਗਿਆ ਜਿਹਦੇ ਨਾਲ ਬਿਜ਼ਨਸ ਦਾ ਜਿਹੜਾ ਉਹ ਕੰਮ ਆ ਸਹੀ ਤਰੀਕੇ ਨਾਲ ਹੋਰ ਵਧੀਆ ਹੋ ਸਕਦਾ। ਡਿਵੈਲਪਮੈਂਟ ਆਫ ਮਾਡਰਨ ਮਸ਼ੀਨਰੀ, ਮਤਲਬ ਵਧੀਆ ਟਾਈਪ ਦੀ ਜਿਹੜੀ ਮਾਡਰਨ ਮਸ਼ੀਨਰੀ ਉਹਦੀ ਕਿੰਨੀ ਕੁ ਡਿਵੈਲਪਮੈਂਟ ਹੋਈ ਆ। ਸੋ ਇਹ ਸਾਰੇ ਉਹ ਫੈਕਟਰਸ ਨੇ ਜਿਹੜੇ ਕਿਸੇ ਵੀ ਔਰਗਨਾਈਜੇਸ਼ਨ ਦੇ ਟੈਕਨੋਲੋਜੀਕਲ ਇਨਵਾਇਰਮੈਂਟ ਨੂੰ ਪ੍ਰਭਾਵਿਤ ਕਰਦੇ ਆ। ਹੁਣ ਚੇਂਜਿਸ ਇਨ ਟੈਕਨੋਲੋਜੀਕਲ ਇਨਵਾਇਰਮੈਂਟ ਨਾਟ ਓਨਲੀ ਜਨਰੇਟ ਓਪਰਚੁਨਿਟੀ ਫॉर ਬਿਜ਼ਨਸ ਐਂਟਰਪ੍ਰਾਈਜ਼ਸ ਬਟ ਦੀਜ਼ ਪੋਜ਼ ਸੈਵਰਲ ਚੈਲੰਜਿਸ ਬਿਫੋਰ ਦਾ ਬਿਜ਼ਨਸ ਔਰਗਨਾਈਜੇਸ਼ਨ ਐਜ਼ ਵੈਲ। ਨੋ ਡਾਊਟ ਕਹਿੰਦੇ ਜੇ ਟੈਕਨੋਲੋਜੀ ਇੰਪਰੂਵ ਹੁੰਦੀ ਆ ਤਾਂ ਬਹੁਤ ਸਾਰੀਆਂ ਬਿਜ਼ਨਸ ਔਰਗਨਾਈਜੇਸ਼ਨ ਦੇ ਲਈ ਇਹ ਇੱਕ ਮੌਕੇ ਦੀ ਤਰ੍ਹਾਂ ਹੈ, ਮਤਲਬ ਓਪਰਚੁਨਿਟੀਜ਼ ਜਨਰੇਟ ਹੁੰਦੀਆਂ ਨੇ, ਠੀਕ ਆ, ਕਿਉਂਕਿ ਉਹ ਨਵੀਆਂ ਨਵੀਆਂ ਇੰਪਰੂਵਮੈਂਟਸ ਕਰਕੇ ਲੋਕਾਂ ਦੇ ਵਿੱਚ ਵਧੀਆ ਪ੍ਰੋਡਕਟ ਵੇਚ ਸਕਦੇ ਆ। ਬਟ ਇਹਦੇ ਨਾਲ ਕਾਫੀ ਪੋਜ਼ ਹੁੰਦਾ ਲੱਗਣਾ, ਇਹਦੇ ਨਾਲ ਕਾਫੀ ਸਾਰੇ ਜਿਹੜੇ ਚੈਲੰਜ ਵੀ ਫੇਸ ਕਰਨੇ ਪੈਂਦੇ ਆ, ਠੀਕ ਆ। ਦੈਟਸ ਵਾਈ only that organization can survive in the long run which regularly adapt the technological changes। ਸੋ ਉਹੀ ਔਰਗਨਾਈਜੇਸ਼ਨ, ਉਹੀ ਸੰਸਥਾ ਸਰਵਾਈਵ ਕਰ ਸਕਦੀ ਹੈ ਜਾਂ ਚੱਲਦੀ ਰਹਿ ਸਕਦੀ ਹੈ ਜਿਹੜੀ ਰੈਗੂਲਰ ਬੇਸਿਸ 'ਤੇ ਜਿਵੇਂ ਜਿਵੇਂ ਟੈਕਨੋਲੋਜੀ ਬਦਲ ਰਹੀ ਆ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਬਦਲਦੀ ਆ। For example, in present times, it is highly essential for any business enterprise to adopt the use of computer, internet, multimedia, etc. in its routine functions। ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਜੇ ਦੇਖਿਆ ਜਾਵੇ ਤਾਂ ਹਰ ਇੱਕ ਔਰਗਨਾਈਜੇਸ਼ਨ ਦੇ ਲਈ ਇਹ ਜ਼ਰੂਰੀ ਆ ਕਿ ਉਹ ਕੰਪਿਊਟਰ, ਇੰਟਰਨੈਟ, ਮਲਟੀਮੀਡੀਆ ਵਗੈਰਾ ਯੂਜ਼ ਕਰਨਾ ਉਹਦੇ ਜਿਹੜਾ ਡੇਲੀ ਦਾ ਕੰਮ ਕਰਦੇ ਉਹਨੂੰ ਡਿਟੇਲ 'ਚ ਕਰਨ ਦੇ ਲਈ। ਹੁਣ ਜੇ ਦੇਖਿਆ ਜਾਵੇ ਜੇ ਕੋਈ ਪੁਰਾਣੇ ਤਰੀਕੇ ਨਾਲ ਕਰਦਾ, ਮੰਨ ਲਓ ਰਜਿਸਟਰ ਦੇ ਉੱਪਰ ਬਾਰ-ਬਾਰ ਐਂਟਰੀ ਕਰਦਾ, ਓਬਵੀਅਸ ਆ ਉਹ ਬਾਕੀ ਔਰਗਨਾਈਜੇਸ਼ਨ ਨਾਲ ਪਿੱਛੇ ਰਹਿ ਜਾਊਗਾ, ਠੀਕ ਆ। ਨੈਕਸਟ ਇਹਦੇ ਵਿੱਚ ਹੈ ਜੀ ਮੇਨ ਐਲੀਮੈਂਟਸ ਇਹਦੇ
सेम ਉਹੀ ਪੁਆਇੰਟ ਜਿਹੜੇ ਆਪਾਂ ਉੱਪਰ ਪੈਰੇ ਦੇ ਵਿੱਚ ਪੜ੍ਹੇ ਨੇ, ਠੀਕ ਆ। ਮੋਡੀਫਿਕੇਸ਼ਨ ਐਂਡ ਇੰਪਰੂਵਮੈਂਟ ਇਨ ਦਾ ਟੈਕਨੋਲੋਜੀ, ਮਤਲਬ ਚੇਂਜਸ ਹੋ ਜਾਣੀਆਂ ਟੈਕਨੋਲੋਜੀ ਦੇ ਵਿੱਚ। ਡਿਵੈਲਪਮੈਂਟ ਆਫ ਨਿਊ ਟੈਕਨੋਲੋਜੀ ਔਨ ਦਾ ਬੇਸਿਸ ਆਫ ਸਾਇੰਟੀਫਿਕ ਰਿਸਰਚ, ਮਤਲਬ ਰਿਸਰਚ ਕਰਨ ਤੋਂ ਬਾਅਦ ਕੋਈ ਨਵੀਂ ਟੈਕਨੋਲੋਜੀ ਆ ਗਈ ਆ। ਡਿਵੈਲਪਮੈਂਟ ਆਫ ਨਿਊ ਮੈਥਡ ਆਫ ਪ੍ਰੋਡਕਸ਼ਨ ਕਰਨ ਦਾ ਕੋਈ ਨਵਾਂ ਮੈਥਡ ਆ ਗਿਆ, ਇਹ ਵੀ ਬਿਜ਼ਨਸ ਨੂੰ ਅਫੈਕਟ ਕਰੂਗਾ। ਡਿਵੈਲਪਮੈਂਟ ਇਨ ਮਾਡਰਨ ਮਸ਼ੀਨਰੀ, ਜਿਹੜੀ ਨਵੀਂ ਮਸ਼ੀਨਰੀ ਆ ਉਹ ਹੋਰ ਟਾਈਪ ਦੀ ਆ ਗਈ ਆ, ਉਹਦੇ ਵਿੱਚ ਹੋਰ ਡਿਵੈਲਪਮੈਂਟ ਹੋ ਗਈ ਆ। ਡਿਵੈਲਪਮੈਂਟ ਆਫ ਕੰਪਿਊਟਰ, ਇੰਟਰਨੈਟ, ਮਲਟੀਮੀਡੀਆ, ਠੀਕ ਆ। ਪਹਿਲਾਂ ਕੰਪਿਊਟਰ ਦੀ ਸਪੀਡ ਸਲੋ ਹੁੰਦੀ ਸੀ, ਹੁਣ ਕਾਫੀ ਫਾਸਟ ਉਹਦੇ ਵਿੱਚ ਜਿਹੜੇ ਪ੍ਰੋਸੈਸਰ ਲੱਗੇ ਹੋਏ ਆ ਬਹੁਤ ਤੇਜ਼ੀ ਨਾਲ ਵਰਕ ਕਰਦੇ ਆ। ਇੰਪੋਰਟ ਆਫ ਮਾਡਰਨ ਟੈਕਨੋਲੋਜੀ ਫਰੋਮ ਅਬਰੋਡ, ਇੰਪੋਰਟ ਹੁੰਦਾ ਬਾਹਰੋਂ, ਮਤਲਬ ਬਾਹਰਲੇ ਦੇਸ਼ ਤੋਂ ਜਦੋਂ ਆਪਾਂ ਮਾਡਰਨ ਟੈਕਨੋਲੋਜੀ ਆਪਦੇ ਦੇਸ਼ 'ਚ ਮੰਗਵਾਉਂਦੇ ਹਾਂ, ਠੀਕ ਆ। ਸੋ ਉਹਦੇ ਨਾਲ ਵੀ ਸਾਡਾ ਬਿਜ਼ਨਸ ਇਫੈਕਟ ਹੁੰਦਾ। ਜਿਵੇਂ ਇੱਕ ਕੰਪਨੀ ਨੇ ਮੰਗਾ ਲਈ, ਦੂਜਿਆਂ ਨੂੰ ਫਿਰ ਇੱਦਾਂ ਲੱਗੂਗਾ ਵੀ ਅਸੀਂ ਸ਼ਾਇਦ ਇਹਦੇ ਕਰਕੇ ਪਿੱਛੇ ਨਾ ਰਹਿ ਜਾਈਏ, ਠੀਕ ਆ। ਸੋ ਇਹਦੇ ਨਾਲ ਉਹ ਆਪਦੀਆਂ ਇੰਪਰੂਵਮੈਂਟਸ ਕਰਦੇ ਆ। ਇਨਵਾਇਰਮੈਂਟ ਕੰਸਰਨਿੰਗ R&D ਇਨ ਦਾ ਕੰਟਰੀ, ਮਤਲਬ ਰਿਸਰਚ ਐਂਡ ਡਿਵੈਲਪਮੈਂਟ ਕਿੰਨੀ ਕੁ ਹੋ ਰਹੀ ਆ ਦੇਸ਼ ਦੇ ਵਿੱਚ, ਠੀਕ ਆ। ਨੈਕਸਟ ਹੈਗਾ ਪੁਆਇੰਟ ਪੋਲਿਸੀ ਆਫ ਦਾ ਗਵਰਨਮੈਂਟ ਟੂਵਰਡ ਸਾਇੰਟੀਫਿਕ ਐਂਡ ਟੈਕਨੋਲੋਜੀਕਲ ਡਿਵੈਲਪਮੈਂਟ ਐਂਡ ਦਾ ਸਪੋਰਟ ਆਫ ਦਾ ਗਵਰਨਮੈਂਟ ਐਂਡ ਦਿਸ ਰਿਗਾਰਡ। ਇਹਦੇ 'ਚ ਇਹ ਦੱਸਿਆ ਗਿਆ ਕਿ ਜਿਹੜੀ ਸਰਕਾਰ ਦੀ ਕੀ ਪੋਲਿਸੀ ਆ ਸਾਇੰਟੀਫਿਕ ਅਤੇ ਟੈਕਨੋਲੋਜੀਕਲ ਡਿਵੈਲਪਮੈਂਟ ਨੂੰ ਲੈ ਕੇ, ਜਾਂ ਫਿਰ ਸਰਕਾਰ ਕਿੰਨੀ ਕੁ ਰਿਸਰਚ ਕਰਨ ਦੇ ਵਿੱਚ ਸਪੋਰਟ ਕਰਦੀ ਆ, ਠੀਕ ਆ। ਇਹ ਸਾਰੇ ਫੈਕਟਰਸ ਆ ਜਾਂਦੇ ਆ। ਨੈਕਸਟ ਪੁਆਇੰਟ ਹੈ ਇਹਦੇ ਵਿੱਚ ਡੈਮੋਗ੍ਰਾਫਿਕ ਇਨਵਾਇਰਮੈਂਟ। ਡੈਮੋਗ੍ਰਾਫਿਕ ਇਨਵਾਇਰਮੈਂਟ ਰੈਫਰਸ ਟੂ ਆਲ ਦੋਜ਼ ਫੋਰਸਿਸ ਐਂਡ ਫੈਕਟਰਸ ਕੰਸਰਨਿੰਗ ਦਾ ਪੋਪੂਲੇਸ਼ਨ ਆਫ ਦਾ ਕੰਟਰੀ ਵਿਚ ਅਫੈਕਟ ਆ ਬਿਜ਼ਨਸ ਐਂਟਰਪ੍ਰਾਈਜ਼ ਔਰ ਔਰਗਨਾਈਜੇਸ਼ਨ। ਸੋ ਇਹਦੇ ਵਿੱਚ ਉਹ ਸਾਰੇ ਫੈਕਟਰ ਅਤੇ ਫੋਰਸਿਸ ਆਉਂਦੀਆਂ ਨੇ ਡੈਮੋਗ੍ਰਾਫਿਕ ਇਨਵਾਇਰਮੈਂਟ ਦੇ ਵਿੱਚ, ਜਿਹੜੇ ਕਿਸੇ ਦੇਸ਼ ਦੀ ਜਨਸੰਖਿਆ ਨਾਲ ਸੰਬੰਧਿਤ ਫੈਕਟਰ ਹੁੰਦੇ ਆ। ਹੁਣ ਇਹ ਡੈਮੋਗ੍ਰਾਫਿਕ ਫੈਕਟਰਸ ਕਿਹੜੇ ਹੋ ਸਕਦੇ ਆ? ਸੱਚ ਹੈ ਸਾਈਜ਼, ਮਤਲਬ ਕਿੰਨੀ ਜ਼ਿਆਦਾ ਜਨਸੰਖਿਆ ਹੈ, ਲੱਖਾਂ ਦੇ ਵਿੱਚ ਆ, ਕਰੋੜਾਂ ਦੇ ਵਿੱਚ ਆ। ਗਰੋਥ ਰੇਟ ਕੀ ਆ, ਮਤਲਬ ਬਰਥ ਰੇਟ ਕਿੰਨੀ ਹੋ ਰਹੀ ਆ, ਠੀਕ ਆ। ਏਜ ਸਟਰਕਚਰ ਕਿੱਦਾਂ ਦੀ ਆ, ਕਹਿਣ ਦਾ ਮਤਲਬ ਵੀ ਲੋਕ ਕਿੰਨੀ ਕੁ ਉਮਰ ਤੱਕ ਮੈਕਸੀਮਮ ਆਪਦੀ ਉਮਰ ਦੇ ਵਿੱਚ, ਯਾਨੀ ਕਿ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੁੰਦੀ ਆ। ਫਿਰ ਇਸ ਤੋਂ ਬਾਅਦ ਮੇਲ ਅਤੇ ਫੀਮੇਲ ਕੰਪੋਜੀਸ਼ਨ ਕਿੰਨੀ ਆ, ਮਤਲਬ ਕਿੰਨੇ % ਮੇਲ ਆ, ਕਿੰਨੇ ਫੀਮੇਲ ਆ ਪਾਪੂਲੇਸ਼ਨ ਦੇ ਵਿੱਚ। ਫੈਮਿਲੀ ਸਾਈਜ਼ ਕਿੱਦਾਂ ਦਾ ਲੋਕਾਂ ਦਾ, ਮਤਲਬ ਬਹੁਤ ਛੋਟੀ ਫੈਮਿਲੀ ਹੈ ਜਾਂ ਵੱਡੀ ਆ। ਇਸ ਤੋਂ ਇਲਾਵਾ ਹੈ ਇਕਨੋਮਿਕ ਸਟ੍ਰੈਟੀਫਿਕੇਸ਼ਨ ਆਫ ਦਾ ਪਾਪੂਲੇਸ਼ਨ। ਇਹਦੇ ਵਿੱਚ ਆਉਂਦਾ ਵੀ ਆਰਥਿਕ ਪੱਖ ਤੋਂ ਸਟ੍ਰੈਟੀਫਿਕੇਸ਼ਨ ਦਾ ਡਿਵੀਜ਼ਨ, ਆਰਥਿਕ ਪੱਖ ਤੋਂ ਜਿਹੜੀ ਪਾਪੂਲੇਸ਼ਨ ਆ ਉਹ ਕਿੰਨੇ ਹਿੱਸਿਆਂ 'ਚ ਵੰਡੀ ਹੋਈ ਆ, ਮਤਲਬ ਮੀਡੀਅਮ ਸਾਈਜ਼ ਦੇ ਵਿੱਚ ਹੀ ਆ ਜਾਂਦੇ ਆ, ਮਤਲਬ ਉਹਨਾਂ ਦੀ ਜਿਹੜੀ ਇਕਨੋਮਿਕ ਹਾਲਤ ਆ ਠੀਕ ਆ, ਜਾਂ ਬਹੁਤ ਵਧੀਆ ਵਾ ਜਾਂ ਬਹੁਤ ਵੀਕ ਆ। ਐਂਡ ਐਜੂਕੇਸ਼ਨ ਲੈਵਲ, ਇਸ ਤੋਂ ਬਾਅਦ ਹੈ ਵੀ ਉਹ ਪੜ੍ਹੇ ਲਿਖੇ ਹੈ ਜਾਂ ਨਹੀਂ ਹੈ। ਕਾਸਟ ਅਤੇ ਰਿਲੀਜਨ ਨਾਲ ਰਿਲੇਟਡ ਸਾਰੇ ਪੁਆਇੰਟਸ ਇਹਦੇ ਵਿੱਚ ਆ ਜਾਂਦੇ ਆ, ਠੀਕ ਆ। ਸੋ ਇਹ ਸਾਰੇ ਉਹ ਫੈਕਟਰਸ ਨੇ ਡੈਮੋਗ੍ਰਾਫਿਕ ਫੈਕਟਰ, ਜਿਹੜੇ ਬਿਜ਼ਨਸ ਨੂੰ ਪ੍ਰਭਾਵਿਤ ਕਰ ਸਕਦੇ ਆ। ਆਲ ਦੀਜ਼ ਫੈਕਟਰ ਹੈਵ ਅ ਪ੍ਰੋਫਾਊਂਡ ਇੰਪੈਕਟ ਔਨ ਦਾ ਬਿਜ਼ਨਸ। ਇਹਨਾਂ ਸਾਰਿਆਂ ਦਾ ਕਹਿੰਦੇ ਕਾਫੀ ਪ੍ਰਭਾਵ ਪੈਂਦਾ ਬਿਜ਼ਨਸ ਦੇ ਉੱਪਰ। ਫੋਰ ਐਗਜ਼ਾਮਪਲ, ਹੁਣ ਇਹਦੀ ਐਗਜ਼ਾਮਪਲ ਸਮਝੋ, ਦਾ ਡਿਕਲਾਈਨ ਇਨ ਬਰਥ ਰੇਟ ਇਨ ਮੈਨੀ ਕੰਟਰੀਜ਼ ਹੈਜ਼ ਅਫੈਕਟਡ ਦਾ ਡਿਮਾਂਡ ਫॉर ਬੇਬੀ ਪ੍ਰੋਡਕਟਸ ਇਨ ਦੋਜ਼ ਕੰਟਰੀਜ਼। ਇੱਥੇ ਦੋਜ਼ ਕਰ ਲਿਓ। ਹੁਣ ਕਹਿੰਦੇ ਜਿਵੇਂ ਮੰਨ ਲਓ ਕਿਸੇ ਦੇਸ਼ਾਂ ਦੇ ਵਿੱਚ ਜਿਹੜਾ ਬਰਥ ਰੇਟ ਆ ਉਹ ਘਟ ਗਿਆ ਹੈ, ਤਾਂ ਇਹਦੇ ਨਾਲ ਕੀ ਹੋਊਗਾ? ਓਬਵੀਅਸ ਆ, ਜਿਹੜੀਆਂ ਬਿਜ਼ਨਸ ਐਂਟਰਪ੍ਰਾਈਜ਼ਸ ਜਿਹੜੀਆਂ ਬੇਬੀ ਪ੍ਰੋਡਕਟ ਬਣਾਉਂਦੀਆਂ ਨੇ, ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਵੀ ਘੱਟ ਜੂਗੀ। ਕੌਨਸੀਕੁਐਂਟਲੀ ਦਾ ਐਂਟਰਪ੍ਰਾਈਜ਼ਸ ਪ੍ਰੋਡਿਊਸਿੰਗ ਦੀਜ਼ ਪ੍ਰੋਡਕਟਸ ਹੈਡ ਟੂ ਰੀਫਾਰਮੂਲੇਟ ਦੇਅਰ ਪ੍ਰੋਡਕਟ ਪੋਲਿਸੀ। ਤਾਂ ਉਹਨਾਂ ਨੂੰ ਕੀ ਕਰਨਾ ਪਊਗਾ? ਆਪਦੀ ਪੋਲਿਸੀ ਬਦਲਣੀ ਪਊਗੀ। ਮਤਲਬ ਇਕੱਲੇ ਬੇਬੀ ਪ੍ਰੋਡਕਟ ਨਾ ਬਣਾ ਕੇ ਅਡਲਟ ਲਈ ਜਾਂ ਜਿਹੜੇ ਓਲਡ ਏਜ ਆ ਉਹਨਾਂ ਲਈ ਵੀ ਬਣਾਉਣੇ ਪੈਣਗੇ ਉਹਨਾਂ ਨੂੰ, ਠੀਕ ਆ। ਸੋ ਆਪਦੀ ਪੋਲਿਸੀ ਬਦਲਣੀ ਪਊਗੀ। ਨੈਕਸਟ ਇਹਦੇ ਵਿੱਚ ਮੇਨ ਐਲੀਮੈਂਟਸ ਆ ਜਾਂਦੇ ਨੇ ਸਾਈਜ਼ ਆਫ ਪਾਪੂਲੇਸ਼ਨ ਐਂਡ ਗਰੋਥ ਰੇਟ ਆਫ ਦਾ ਪਾਪੂਲੇਸ਼ਨ, ਜਿਹੜੇ ਆਪਾਂ ਸੇਮ ਉੱਪਰਲੇ ਪੈਰੇ 'ਚ ਪੜ੍ਹੇ ਨੇ, ਠੀਕ ਆ। ਮਤਲਬ ਪਾਪੂਲੇਸ਼ਨ ਕਿੰਨੀ ਆ ਅਤੇ ਗਰੋਥ ਰੇਟ ਕਿੰਨੀ ਆ। ਨੈਕਸਟ ਲਾਈਨ ਦੇ ਵਿੱਚ ਹੈ ਜਿਵੇਂ ਕੰਪੋਜੀਸ਼ਨ ਕੀ ਆ ਪਾਪੂਲੇਸ਼ਨ ਦੀ, ਮਤਲਬ ਏਜ ਦੇ ਹਿਸਾਬ ਨਾਲ ਜਾਂ ਮੇਲ ਫੀਮੇਲ ਰੇਸ਼ੋ ਉਹਨਾਂ ਦੀ ਕਿੰਨੀ ਆ। ਰੂਰਲ ਅਤੇ ਅਰਬਨ ਰੇਸ਼ੋ ਕਿੰਨੀ ਆ, ਮਤਲਬ ਪਿੰਡਾਂ 'ਚ ਲੋਕ ਕਿੰਨੇ ਰਹਿੰਦੇ ਆ, ਸ਼ਹਿਰਾਂ 'ਚ ਕਿੰਨੇ ਰਹਿੰਦੇ ਆ। ਨੈਕਸਟ ਹੈ ਇਹਦੇ ਵਿੱਚ ਸੋਸ਼ਲ ਫੀਚਰਸ ਆਫ ਦਾ ਪਾਪੂਲੇਸ਼ਨ, ਮਤਲਬ ਸਮਾਜਿਕ ਤੌਰ 'ਤੇ ਉਹਨਾਂ ਦੇ ਕੀ ਕੈਰੈਕਟਰਿਸਟਿਕਸ ਨੇ, ਮਤਲਬ ਸੁਸਾਇਟੀ ਦੇ ਤੌਰ 'ਤੇ ਉਹ ਕਿੱਦਾਂ ਬਿਹੇਵ ਕਰਦੇ ਨੇ। ਲਿਟਰੇਸੀ ਲੈਵਲ, ਮਤਲਬ ਪੜ੍ਹੇ ਲਿਖੇ ਕਿੰਨੇ ਆ। ਐਂਡ ਲਾਸਟ ਪੁਆਇੰਟ ਇਹ 'ਚ ਹੈ ਪਾਪੂਲੇਸ਼ਨ ਐਂਡ ਅਵੇਲੇਬਿਲਿਟੀ ਆਫ ਲੇਬਰ, ਕਿੰਨੀ ਜਨਸੰਖਿਆ ਉਹ ਦੇਸ਼ ਦੀ ਟੋਟਲ, ਠੀਕ ਆ। ਐਂਡ ਕਿੰਨੀ ਉਹਦੇ ਵਿੱਚ ਲੇਬਰ ਅਵੇਲੇਬਲ ਹੈ। ਹੁਣ ਜਿਵੇਂ ਚਾਈਨਾ ਜਾਂ ਜਾਪਾਨ ਵਰਗੀਆਂ ਕੰਟਰੀਜ਼ ਨੇ, ਇਹਨਾਂ ਦੇ ਵਿੱਚ ਜਿਹੜੇ ਜ਼ਿਆਦਾ ਉਮਰ ਵਾਲੇ ਆ, ਵੱਡੀ ਉਮਰ ਵਾਲੇ, ਇਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵਾ, ਜਦ ਕਿ ਇੰਡੀਆ ਦੇ ਵਿੱਚ ਜਿਹੜੇ ਯੰਗ ਪੀਪਲ ਆ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵਾ। ਓਬਵੀਅਸ ਆ, ਜਿਹੜੇ ਯੰਗ ਹੋਣਗੇ ਉਹੀ ਕੰਮ ਕਰ ਸਕਦੇ ਆ, ਤਾਂ ਉਹਦੇ ਅਕੋਰਡਿੰਗ ਲੇਬਰ ਦੀ ਅਵੇਲੇਬਿਲਿਟੀ ਕਾਫੀ ਹੈ ਇੰਡੀਆ ਦੇ ਵਿੱਚ, ਠੀਕ ਆ।